HSN न्यूज़ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ। ਮੈਂ ਹਾਂ ਸ਼ੀਤਲ ਠਾਕੁਰ। ਆਓ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੋਂ। ਇੱਕ ਅਧਿਐਨ ਨੇ ਦਾਅਵਾ ਕੀਤਾ ਹੈ ਕਿ ਕੋਵਿਡ 17 ਦੇ ਨਾਲੋਂ ਹਵਾ ਰਾਹੀਂ 1000 ਗੁਣਾ ਜ਼ਿਆਦਾ ਫੈਲ ਸਕਦਾ ਹੈ। ਹੌਸਲੇ ਨੂੰ ਸਲਾਮ। ਕੈਂਸਰ ਦੇ ਕਾਰਨ ਇੱਕ ਲੱਤ ਗਵਾਉਣ ਦੇ ਬਾਵਜੂਦ 104 ਦਿਨ ਦੌੜ ਕੇ ਬਣਾਇਆ ਵਰਲਡ ਰਿਕਾਰਡ। ਅਮਰੀਕਾ ਦੇ ਵਿੱਚ ਗਰਭਪਾਤ ਤੇ ਪਾਬੰਦੀ ਲਗਾਉਣ ਦੀ ਤਿਆਰੀ। ਆਸਟ੍ਰੇਲੀਆ ਵੀ ਹੋ ਸਕਦਾ ਹੈ ਪ੍ਰਭਾਵਿਤ। ਕੈਨੇਡਾ ਤੋਂ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਕੋਸ਼ਿਸ਼ ਦੇ ਵਿੱਚ 6 ਭਾਰਤੀ ਗ੍ਰਿਫਤਾਰ। गैर रस्मी बहस के कंजरवेटिवा ने एक दूजे के सियासी रिकॉर्ड के उत्ते झमके किते वार। GTA के PC पार्टी की लीड बरकरार। सर्वेखण रिपोर्ट आई सामने। पुलिस ने की पुष्टि कूड़ेदान के विचों मिली लाश बच्ची दी सी। पश्चिमी बंगाल के बोले अमित शाह ममता जान लई करोना खत्म होंदे ही लागू होवेगा CAA। तेलंगाना के विच झूठी शान दे लई कतल। मुस्लिम रिश्तेदार ने हिंदू नौजवान का बेरहमी दे नाल कीता कतल। भारत ते इजराइल इकट्ठे दुनिया दे विच बहुत कुछ चंगा कर सकते हैं, कहा बैनट ने। बिजली के संकट के दरमियान रूपनगर थर्मल प्लांट का एक होर यूनिट होया बंद। सरकार घटाएगी टैक्स। खाण वाले तेलों ਦੀਆਂ ਵੱਧਦੀਆਂ कीमतां तो आम लोगों को राहत देने की तैयारी। हुण खबरां विस्तार नाल। उधर लोग ਜਿਹੜੀਆਂ ਸਤ੍ਹਾ ਨੂੰ ਛੂੰਦੇ ਨੇ ਉਹਨਾਂ ਦੀ ਤੁਲਨਾ ਦੇ ਵਿੱਚ ਸਾਹ ਰਾਹੀਂ ਅੰਦਰ ਲਈ ਗਈ ਹਵਾ ਦੇ ਮਾਧਿਅਮ ਦੇ ਨਾਲ ਕੋਵਿਡ-19 ਵਾਇਰਸ ਦਾ ਸੰਕਰਮਣ ਹੋਣ ਦਾ ਖਤਰਾ 1000 ਗੁਣਾ ਵੱਧ ਹੁੰਦਾ ਹੈ। ਇੱਕ ਅਧਿਐਨ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ US ਦੇ ਵਿੱਚ ਮਿਸ਼ੀਗਨ ਯੂਨੀਵਰਸਿਟੀ ਦੇ ਖੋਜੀਆਂ ਨੇ ਅਗਸਤ 2020 ਤੋਂ ਅਪ੍ਰੈਲ 2021 ਤੱਕ ਆਪਣੇ ਕੈਂਪਸ ਦੇ ਵਿੱਚ ਵਾਤਾਵਰਣ ਨਿਰੀਖਣ ਪ੍ਰੋਗਰਾਮ ਦੇ ਦੌਰਾਨ ਹਵਾ ਅਤੇ ਸਤ੍ਹਾ ਦੇ ਨਮੂਨੇ ਲਏ। ਜਰਨਲ ਆਫ ਐਕਸਪੋਜ਼ਰ ਸਾਇੰਸ ਐਂਡ ਐਨਵਾਇਰਨਮੈਂਟਲ ਐਪੀਡੈਮੋਲੋਜੀ ਦੇ ਵਿੱਚ ਪਿਛਲੇ ਹਫ਼ਤੇ ਪ੍ਰਕਾਸ਼ਿਤ ਅਧਿਐਨ ਦੇ ਵਿੱਚ ਕਲਾਸਰੂਮ, ਕਸਰਤ ਰੂਮ, ਕੈਫੇਟੇਰੀਆ, ਬੱਸਾਂ ਅਤੇ ਜਿਮ ਵਰਗੀਆਂ ਜਨਤਕ ਥਾਵਾਂ ਤੇ ਖਿੜਕੀਆਂ, ਰੋਸ਼ਦਾਨਾ ਤੇ ਹਵਾ ਨਿਕਾਸੀ ਵਾਲੇ ਡਕਟ ਆਦਿ ਤੋਂ ਨਮੂਨੇ ਲਏ ਗਏ ਨੇ। ਯੂਨੀਵਰਸਿਟੀ ਦੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਚੁਆਨਵੋ ਜੀ ਨੇ ਕਿਹਾ ਕਿ ਸਤ੍ਹਾ ਦੇ ਸੰਕਰਮਣ ਦਾ ਖਤਰਾ ਹਵਾ ਦੇ ਨਾਲ ਹੋਣ ਵਾਲੇ ਸੰਕਰਮਣ ਦਾ ਜ਼ੋਖਮ ਤੋਂ 1000 ਗੁਣਾ ਘੱਟ ਪਾਇਆ ਗਿਆ। ਸ਼ੀ ਜਿੰਗ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਹਵਾ ਰਾਹੀਂ ਸੰਬੰਧੀ ਨਮੂਨਿਆਂ ਦੇ ਲਈ ਇਸ ਤਰ੍ਹਾਂ ਦੇ ਉਪਕਰਨਾਂ ਦੀ ਵਰਤੋਂ ਕੀਤੀ ਜੋ ਇੱਕ ਪੰਪ ਰਾਹੀਂ ਵੱਡੀ ਮਾਤਰਾ ਦੇ ਵਿੱਚ ਹਵਾ ਖਿੱਚ ਲੈਂਦੇ ਨੇ ਅਤੇ ਇਸ ਦੇ ਵਿੱਚ ਮੌਜੂਦ ਕਿਸੇ ਵੀ ਵਾਇਰਸ ਦਾ ਪਤਾ ਲਗਾ ਲੈਂਦੇ ਨੇ। उधर 26 साल की उम्र ਦੇ ਵਿੱਚ ਕੈਂਸਰ ਦੇ ਕਾਰਨ ਆਪਣੀ ਖੱਬੀ ਲੱਤ ਗਵਾਉਣ ਦੇ ਬਾਵਜੂਦ ਦੱਖਣੀ ਅਫਰੀਕਾ ਦੀ ਜੈਕੀ ਹੰਟ ਬੈਰਸਮਾ ਨੇ ਹਿੰਮਤ ਨਹੀਂ ਹਾਰੀ ਅਤੇ 46 ਸਾਲ ਦੀ ਉਮਰ ਤੱਕ ਪਹੁੰਚ ਕੇ ਉਸਨੇ ਇੱਕ ਰਿਕਾਰਡ ਆਪਣੇ ਨਾਮ ਕਰ ਲਿਆ। ਜੈਕੀ ਨੇ ਮੱਧ ਜਨਵਰੀ ਤੋਂ ਲੈ ਕੇ ਪਿਛਲੇ ਐਤਵਾਰ ਤੱਕ 104 ਦਿਨਾਂ ਦੇ ਵਿੱਚ ਲਗਾਤਾਰ 104 ਮੈਰਾਥਨ ਦੌੜਨ ਦਾ ਅਨੋਖਾ ਕਾਰਨਾਮਾ ਕੀਤਾ। ਜੈਕੀ ਹਰ ਰੋਜ਼ 5 ਘੰਟਿਆਂ ਦੇ ਵਿੱਚ 26 ਮੀਲ ਯਾਨੀ ਕਿ ਕਰੀਬ 42 ਕਿਲੋਮੀਟਰ ਦੌੜਦੀ ਹੈ। ਇੱਕ ਮੈਰਾਥਨ ਦੌੜ ਦੇ ਵਿੱਚ ਵੀ ਦੌੜਾਕਾਂ ਨੂੰ 42 ਕਿਲੋਮੀਟਰ ਦੀ ਦੂਰੀ ਤੈਅ ਕਰਨੀ ਪੈਂਦੀ ਹੈ। ਇਸ ਪ੍ਰਾਪਤੀ ਦੇ ਨਾਲ ਜੈਕੀ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਆਪਣਾ ਦਾਅਵਾ ਦਰਜ ਕਰ ਲਿਆ। ਉਸ ਦੇ ਰਿਕਾਰਡ ਨੂੰ ਤਸਦੀਕ ਹੋਣ ਦੇ ਵਿੱਚ ਲਗਭਗ 3 ਮਹੀਨੇ ਲੱਗਣਗੇ। ਜੈਕੀ ਨੇ 2002 ਦੇ ਵਿੱਚ ਹੱਡੀਆਂ ਦੇ ਕੈਂਸਰ ਦੀ ਇੱਕ ਕਿਸਮ ਦੀ ਇਲਾਜ ਬਿਮਾਰੀ ਈਵਿੰਗ ਸਾਰਕੋਮ ਦੇ ਕਾਰਨ ਆਪਣੀ ਖੱਬੀ ਲੱਤ ਗਵਾ ਦਿੱਤੀ ਸੀ। ਇਸ ਤੋਂ ਉਭਰਨ ਦੇ ਵਿੱਚ ਉਸ ਨੂੰ ਕਈ ਸਾਲ ਲੱਗ ਗਏ ਸਨ, ਪਰ 2016 ਦੇ ਵਿੱਚ ਉਸਨੇ ਨਵੀਂ ਸ਼ੁਰੂਆਤ ਕੀਤੀ। ਜੈਕੀ ਸ਼ੁਰੂ ਦੇ ਵਿੱਚ ਸਿਰਫ 5 ਕਿਲੋਮੀਟਰ ਦੌੜਨ ਦੇ ਯੋਗ ਸੀ, ਪਰ ਜਲਦੀ ਹੀ ਉਸਨੇ ਅਲਟਰਾ ਮੈਰਾਥਨ ਦੇ ਵਿੱਚ ਦੌੜਨਾ ਸ਼ੁਰੂ ਕਰ ਦਿੱਤਾ। ਜੈਕੀ ਦਾ ਜਨਮ ਦੱਖਣੀ ਅਫਰੀਕਾ ਦੇ ਵਿੱਚ ਹੋਇਆ ਸੀ। ਉਸ ਦਾ ਪਾਲਣ ਪੋਸ਼ਣ ਇੰਗਲੈਂਡ ਅਤੇ ਨੀਦਰਲੈਂਡ ਦੇ ਵਿੱਚ ਹੋਇਆ ਸੀ। ਉਹ ਵਰਤਮਾਨ ਦੇ ਵਿੱਚ ਅਮਰੀਕਾ ਦੀ ਐਰੀਜ਼ੋਨਾ ਦੇ ਵਿੱਚ ਰਹਿੰਦੀ ਹੈ। ਜੈਕੀ ਦੱਸਦੀ ਹੈ ਕਿ ਆਪਣੀ ਲੱਤ ਗਵਾਉਣ ਤੋਂ ਬਾਅਦ ਉਸਨੇ ਨਹੀਂ ਸੋਚਿਆ ਸੀ ਕਿ ਉਹ ਕਦੇ ਵੀ ਠੀਕ ਤਰ੍ਹਾਂ ਨਾਲ ਚੱਲ ਸਕੇਗੀ। ਉਹ ਆਪਣੀ ਨਕਲੀ ਲੱਤ ਤੋਂ ਸ਼ਰਮਿੰਦਾ ਸੀ ਅਤੇ ਇਸ ਨੂੰ ਲੁਕਾਉਣ ਦੇ ਲਈ ਲੰਮੀ ਸਰਕਟ ਜਾਂ ਪੈਂਟ ਪਹਿਨਦੀ ਸੀ। ਉਸ ਨੂੰ ਹਰ ਰੋਜ਼ ਨਵੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ, ਪਰ ਜਿਵੇਂ ਹੀ ਉਸਨੇ ਦੌੜਨ ਦਾ ਅਭਿਆਸ ਸ਼ੁਰੂ ਕੀਤਾ ਉਸ ਦਾ ਆਤਮ ਵਿਸ਼ਵਾਸ ਵਧਣ ਲੱਗਾ। ਜੈਕੀ ਨੇ ਦੱਸਿਆ ਕਿ ਮੈਂ ਲੰਬੀ ਦੂਰੀ ਦੇ ਦੌੜਾਕ ਆਪਣੇ ਪਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਜਾਇਆ ਕਰਦੀ ਸੀ, ਪਰ ਇਸ ਬਾਰੇ ਕਦੇ ਖੁਦ ਨਹੀਂ ਸੋਚਿਆ ਸੀ। 2 ਬੱਚਿਆਂ ਦੀ ਮਾਂ ਜੈਂਸਕੀ ਨੇ ਪਹਿਲਾਂ 10 ਕਿਲੋਮੀਟਰ मतलब यानी कि 6.5 मील की दौड़ के लिए रजिस्टर करने बारे सोचा, पर दौड़ की पूर्व संध्या ते उसके हाफ मैराथन के अपना नाम दर्ज करवाया। इस तो बाद जैकी ने कदे पिछे मुड़ के नहीं देखा। जैकी ने साल 2022 के खुद के लिए लगातार सब तो वध मैराथन दौड़न का टीचा रखा सी, जिस दे सफल रही। औरतों के वर्ग के सब तो वध मैराथन का रिकॉर्ड अमोस क्लार्क के नाम है, जिसने लगातार 95 मैराथन दौड़ियां ने। जैकी एक सहनशीलता कोच के वजों काम कर रही है ते वह हमेशा एक वार विच घट तो घट मैराथन जिन्नी दूरी नूं पूरा करन बारे सोचदी है। जैकी ने ब्लेड रनर्स ते NGO के लिए कुल $88,000 भी जुटाए ने। उधर अमेरिका की सुप्रीम कोर्ट के लीक होए राय ड्राफ्ट तो पता लग्या कि सुप्रीम कोर्ट का 1973 के रो बनाम वेड मामले दे विच उस इतिहासक फैसले नूं टालण की तैयारी कर रही है, जिस दे विच गर्भपात नूं संविधानक अधिकार दस्सिया गया। इस हुक्म के खत्म होने तो बाद अमेरिका दे विच प्रजनन अधिकारां ते इसदा नाटकी प्रभाव पैना तय मन्निया जा रहा है। इस दे नाल ही नाल दुनिया भर दे विच इस दे प्रतीकात्मक प्रभाव भी देखे जा सकते हैं। इस तो इलावा अजिहे दे विच किसी भी फैसले दे नाल राष्ट्रीय गर्भपात विरोधी अंदोलन नूं भी नवीं दिशा मिल सकती है। गर्भपात अमेरिका दे विच एक रूटीन ते सुरक्षित सेहत संभाल प्रक्रिया है, जिसकी
ਤੋਂ 4 ਦੇ ਵਿੱਚੋਂ ਇੱਕ ਔਰਤ ਦੁਆਰਾ ਕੀਤੀ ਜਾਂਦੀ ਹੈ। ਇੱਕ 2021 ਦੇ ਵਿੱਚ ਕੀਤੇ ਗਏ ਇੱਕ ਸਰਵੇਖਣ ਦੇ ਵਿੱਚ 80% ਅਮਰੀਕੀਆਂ ਨੇ ਸਾਰੇ ਜਾਂ ਫਿਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਗਰਭਪਾਤ ਦਾ ਸਮਰਥਨ ਕੀਤਾ। ਇਸ ਤੋਂ ਇਲਾਵਾ 60% ਉੱਤਰਦਾਤਾਵਾਂ ਨੇ ਰੋ ਬਨਾਮ ਵੇਡ ਦੇ ਵਿੱਚ ਫੈਸਲੇ ਦਾ ਸਮਰਥਨ ਕੀਤਾ। ਜੇਕਰ ਰੋ ਬਨਾਮ ਵੇਡ ਮਾਮਲੇ ਦੇ ਵਿੱਚ ਦਿੱਤੇ ਗਏ ਹੁਕਮ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਤਾਂ ਅਮਰੀਕਾ ਦੇ ਰਾਜਾਂ ਨੂੰ ਦੁਬਾਰਾ ਗਰਭਪਾਤ ਸੰਬੰਧੀ ਨਿਯਮ ਅਤੇ ਕਾਨੂੰਨ ਲਾਗੂ ਕਰਨੇ ਪੈਣਗੇ। ਅਮਰੀਕਾ ਦੇ ਅੱਧੇ ਰਾਜਾਂ ਦੇ ਵਿੱਚ ਗਰਭਪਾਤ ਤੇ ਤੁਰੰਤ ਪਾਬੰਦੀ ਲਗਾਉਣ ਦੀ ਉਮੀਦ ਹੈ। 16 ਰਾਜਾਂ ਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਗਰਭਪਾਤ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਕਾਨੂੰਨ ਹਨ। ਗਰਭਪਾਤ ਦੇ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਿਸੇ ਚੀਜ਼ ਦਾ ਅੰਤ ਨਹੀਂ ਬਲਕਿ ਸ਼ੁਰੂਆਤ ਹੋਵੇਗੀ। ਰਿਪਬਲਿਕਨ ਸੰਸਦ ਮੈਂਬਰ ਗਰਭਪਾਤ ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਬਣਾਉਣ ਦੀ ਰਣਨੀਤੀ ਬਣਾ ਰਹੇ ਨੇ ਜੋ ਦੇਸ਼ ਭਰ ਦੇ ਵਿੱਚ 6 ਹਫ਼ਤਿਆਂ ਬਾਅਦ ਗਰਭਪਾਤ ਤੇ ਪਾਬੰਦੀ ਲਗਾ ਦੇਵੇਗਾ। ਅਮਰੀਕਾ ਦੇ ਵਿੱਚ ਗਰਭਪਾਤ ਤੇ ਪਾਬੰਦੀ ਦਾ ਅਸਰ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ, ਜਿਸ ਨੂੰ ਕਈ ਵਾਰ ਅਮਰੀਕਾ ਦਾ 51ਵਾਂ ਰਾਜ ਕਿਹਾ ਜਾਂਦਾ ਹੈ। ਜਦੋਂ ਗਰਭਪਾਤ ਦੀ ਗੱਲ ਆਉਂਦੀ ਹੈ ਤਾਂ ਸਾਡੀ ਰਾਜਨੀਤੀ ਅਤੇ ਕਾਨੂੰਨ ਬਿਲਕੁਲ ਵੱਖਰੇ ਨੇ। ਆਸਟ੍ਰੇਲੀਅਨ ਜਨਤਾ ਕਿਸੇ ਦਾ ਪਸੰਦ ਦਾ ਸਮਰਥਨ ਕਰਦੀ ਹੈ ਅਤੇ ਇਹ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ। ਆਸਟ੍ਰੇਲੀਆ ਦੇ ਵਿੱਚ ਗਰਭਪਾਤ ਦੇ ਬਾਰੇ ਰਾਜ ਅਤੇ ਖੇਤਰੀ ਕਾਨੂੰਨ ਹਨ ਅਤੇ 21ਵੀਂ ਸਦੀ ਦੇ ਵਿੱਚ ਆਮ ਰਾਏ ਗਰਭਪਾਤ ਨੂੰ ਕਾਨੂੰਨੀ ਅਧਿਕਾਰ ਦੇ ਵਿੱਚ ਸਥਾਪਿਤ ਕਰਨ ਦੀ ਰਹੀ ਹੈ। 2021 ਦੇ ਵਿੱਚ ਦੱਖਣੀ ਆਸਟ੍ਰੇਲੀਆ ਗਰਭਪਾਤ ਨੂੰ ਅਪਰਾਧ ਮੁਕਤ ਬਣਾਉਣ ਵਾਲਾ ਆਖਰੀ ਖੇਤਰ ਬਣ ਗਿਆ, ਜਿਹਦੇ ਵਿੱਚ ਅਮਰੀਕਾ ਤੇ ਆਸਟ੍ਰੇਲੀਆ ਦੋਵੇਂ ਹੀ ਗਰਭਪਾਤ ਨੂੰ ਲੈ ਕੇ ਉਲਟ ਦਿਸ਼ਾ ਵੱਲ ਵੱਧਦੇ ਨਜ਼ਰ ਆ ਰਹੇ ਨੇ। ਇੱਕ ਪਾਸੇ ਜਿੱਥੇ ਅਮਰੀਕਾ ਦੇ ਵਿੱਚ ਗਰਭਪਾਤ ਤੇ ਪਾਬੰਦੀ ਲਗਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਉੱਥੇ ਹੀ ਦੂਜੇ ਪਾਸੇ ਆਸਟ੍ਰੇਲੀਆ ਇਸ ਪ੍ਰਤੀ ਉਦਾਰ ਰਵੱਈਆ ਅਪਣਾ ਰਿਹਾ ਹੈ। ਅਜਿਹੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ 'ਚ ਅਮਰੀਕਾ ਦੇ ਬਦਲਾਵ ਦਾ ਕੀ ਅਸਰ ਹੋਵੇਗਾ, ਇਸ ਤੇ ਸਭ ਦੀ ਨਜ਼ਰ ਹੋਵੇਗੀ। ਉਧਰ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦੁਬਈ ਤੋਂ ਕਿਸ਼ਤੀ ਤੇ ਫੜੇ ਜਾਣ ਤੋਂ ਬਾਅਦ ਅਮਰੀਕੀ ਸਰਹੱਦੀ ਅਧਿਕਾਰੀਆਂ ਨੇ 19-21 ਸਾਲ ਦੇ 6 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਸੈਂਟ ਰੈਗਿਸ ਮੋਹਕ ਕਬਾਇਲੀ ਪੁਲਿਸ ਵਿਭਾਗ, ਅਕਸਵੈਨ ਸਾਨਕੇ ਮੋਹਕ ਪੁਲਿਸ ਸਰਵਿਸ ਅਤੇ ਹੋਂਗਜ਼ਬਰਨ ਅਕਸਵੇ ਸਾਂਸ ਨੇ ਵਲੰਟੀਅਰ ਫਾਇਰ ਡਿਪਾਰਟਮੈਂਟ ਮਾਸੈਨਾ ਬਾਰਡਰ ਪੋਰਟਲ ਏਜੰਟਾਂ ਦੀ ਸਹਾਇਤਾ ਦੇ ਨਾਲ ਸਟੇਸ਼ਨ ਨੇ ਵੀਰਵਾਰ ਸਵੇਰੇ ਤੜਕੇ ਤਸਕਰੀ ਦੀ ਸਫਲ ਕੋਸ਼ਿਸ਼ ਦੇ ਸੰਬੰਧ ਦੇ ਵਿੱਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 19 ਤੋਂ 21 ਸਾਲ ਦੀ ਉਮਰ ਤੇ ਭਾਰਤ ਦੇ 6 ਨਾਗਰਿਕ ਨੇ ਤੇ ਉਹਨਾਂ ਦੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਕੇ ਏਲੀਅਨ ਦੁਆਰਾ ਗਲਤ ਪ੍ਰਵੇਸ਼ ਦਾ ਦੋਸ਼ ਲਗਾਇਆ ਗਿਆ। 7ਵਾਂ ਵਿਅਕਤੀ ਸੰਯੁਕਤ ਰਾਜ ਦਾ ਇੱਕ ਨਾਗਰਿਕ ਹੈ ਜਿਸ ਤੇ ਏਲੀਅਨ ਤਸਕਰੀ ਦਾ ਦੋਸ਼ ਲਗਾਇਆ ਗਿਆ, ਜੋ ਕਿ ਇੱਕ ਘੋਰ ਅਪਰਾਧ ਹੈ ਅਤੇ ਹਰੇਕ ਉਲੰਘਣਾ ਦੇ ਲਈ ਜੁਰਮਾਨਾ ਅਤੇ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਪਿਛਲੇ ਹਫ਼ਤੇ ਸ਼ੱਕੀ ਗਤੀਵਿਧੀ ਦੀ ਸੂਚਨਾ ਅਕਸਵੇਸਾਨੇ ਮੋਹਕ ਪੁਲਿਸ ਸੇਵਾ ਨੂੰ ਦਿੱਤੀ ਗਈ ਸੀ। ਪੁਲਿਸ ਨੇ ਸੈਂਟ ਰੈਗਿਸ ਮੋਹਕ ਕਬਾਇਲੀ ਪੁਲਿਸ ਵਿਭਾਗ ਨੂੰ ਇੱਕ ਕਿਸ਼ਤੀ ਦੇ ਬਾਰੇ ਸੂਚਿਤ ਕੀਤਾ ਸੀ, ਜਿਸ ਦੇ ਵਿੱਚ ontario ਦੇ ਨੇੜੇ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਦੇ ਬਾਰੇ ਯਾਤਰਾ ਕਰਨ ਵਾਲੇ ਕਈ ਵਿਅਕਤੀ ਸ਼ਾਮਲ ਨੇ। ਸੈਂਟ ਰੈਗਿਸ ਮੋਹਕ ਕਬਾਇਲੀ ਪੁਲਿਸ ਵਿਭਾਗ ਨੇ ਜਵਾਬੀ ਕਾਰਵਾਈ ਕੀਤੀ ਤੇ ਜਹਾਜ਼ ਨੂੰ ਪਾਣੀ ਦੇ ਵਿੱਚ ਲਿਜਾਣ ਅਤੇ X1 ਦੇ ਵਿੱਚ ਸੈਂਟ ਰੈਗਿਸ ਨਦੀ ਦੇ ਵਿੱਚ ਡੁੱਬਦਿਆਂ ਹੋਇਆਂ ਦੇਖਿਆ। ਸਹਾਇਤਾ ਦੇ ਲਈ ਕੀਤੀ ਗਈ ਕਾਲ ਦਾ ਜਵਾਬ ਦਿੰਦਿਆਂ ਹੋਇਆਂ ਬਾਰਡਰ ਪੋਰਟਲ ਏਜੰਟ ਅਤੇ ਘਟਨਾ ਵਾਲੀ ਥਾਂ ਤੇ ਪਹੁੰਚੇ ਤੇ ਪਾਇਆ ਕਿ ਕਿਸ਼ਤੀ ਲਗਭਗ ਪੂਰੀ ਤਰ੍ਹਾਂ ਪਾਣੀ ਦੇ ਅੰਦਰ ਸੀ। ਉਹਨਾਂ ਦੇ ਵਿੱਚ ਇੱਕ ਡੁੱਬਦੀ ਕਿਸ਼ਤੀ ਤੋਂ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਿਆ ਸੀ ਅਤੇ ਉਸਨੇ ਸਮੁੰਦਰੀ ਕਿਨਾਰੇ ਵੱਲ ਆਪਣਾ ਰਸਤਾ ਲਿਆ ਸੀ। HAVFD ਨੇ ਇੱਕ ਕਿਸ਼ਤੀ ਤਾਇਨਾਤ ਕੀਤੀ ਅਤੇ ਹੋਰ 6 ਲੋਕਾਂ ਨੂੰ ਬਾਹਰ ਕੱਢਿਆ। ਅਧਿਕਾਰੀ ਨੇ ਦੱਸਿਆ ਕਿ ਡੁੱਬਣ ਵਾਲੀ ਕਿਸ਼ਤੀ ਤੇ ਕੋਈ ਲਾਈਫ ਜੈਕਟ ਜਾਂ ਫਿਰ ਹੋਰ ਸੁਰੱਖਿਆ ਉਪਕਰਨ ਨਹੀਂ ਸਨ। ਪਾਣੀ ਦਾ ਤਾਪਮਾਨ ਠੰਡ ਤੋਂ ਬਿਲਕੁਲ ਉੱਪਰ ਹੋਣ ਕਾਰਨ ਕਿਸ਼ਤੀ ਤੇ ਸਵਾਰ ਸਾਰੇ 7 ਵਿਅਕਤੀਆਂ ਦਾ ਮੈਡੀਕਲ ਪੇਸ਼ੇਵਰਾਂ ਦੇ ਦੁਆਰਾ ਮੁਲਾਂਕਣ ਕੀਤਾ ਗਿਆ ਅਤੇ ਹਾਈਪੋਥਰਮੀਆ ਦੇ ਲਈ ਇਲਾਜ ਵੀ ਕੀਤਾ ਗਿਆ। ਉਹਨਾਂ ਦੀ ਰਿਹਾਈ ਤੋਂ ਬਾਅਦ ਉਹਨਾਂ ਨੂੰ ਬਾਰਡਰ ਪੋਰਟਲ ਏਜੰਟਾਂ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਅਤੇ ਕਾਰਵਾਈ ਦੇ ਲਈ ਬਾਰਡਰ ਪੋਰਟਲ ਸਟੇਸ਼ਨ ਲਿਜਾਇਆ ਗਿਆ। ਸਵਾਂਟਨ ਸੈਕਟਰ, ਵਰਮੋਂਟ, ਨਿਊ ਹੈਪਸ਼ਾਇਰ ਅਤੇ ਉੱਤਰ ਪੂਰਬੀ ਨਿਊਯਾਰਕ ਦੇ ਵਿੱਚ ਦਾਖਲੇ ਦੀਆਂ ਬੰਦਰਗਾਹਾਂ ਦੇ ਵਿਚਕਾਰ ਜ਼ਮੀਨੀ ਸਰਹੱਦ ਨੂੰ ਸੁਰੱਖਿਅਤ ਕਰਨ ਦੇ ਲਈ ਜ਼ਿੰਮੇਵਾਰ ਹੈ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਸਾਲ ਜਨਵਰੀ ਦੇ ਵਿੱਚ 4 ਭਾਰਤੀਆਂ ਦਾ ਇੱਕ ਪਰਿਵਾਰ ਜਗਦੀਸ਼ ਬਲਦੇਵ ਭਾਈ ਪਟੇਲ, ਵੈਸ਼ਾਲੀਬੇਨ ਪਟੇਲ, ਵਿਹਾਂਗੀ ਪਟੇਲ ਅਤੇ ਧਾਰਮਿਕ ਪਟੇਲ ਕੈਨੇਡਾ ਅਮਰੀਕਾ ਸਰਹੱਦ ਤੋਂ ਲਗਭਗ 12 ਮੀਟਰ ਦੂਰ ਐਮਰਸਨ ਮੈਨੀਟੋਬਾ ਦੇ ਨੇੜੇ ਮ੍ਰਿਤਕ ਪਾਏ ਗਏ ਸਨ। ਪਰਿਵਾਰ ਕੈਨੇਡਾ ਤੋਂ ਪੈਦਲ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। 7 ਹੋਰ ਭਾਰਤੀ ਨਾਗਰਿਕ ਜੋ ਕਿ ਪਟੇਲ ਪਰਿਵਾਰ ਦੀ ਮੌਤ ਹੋਣ ਦੇ ਸਮੇਂ ਦੇ ਦੌਰਾਨ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਸਨ। ਉਹਨਾਂ ਨੂੰ ਅਮਰੀਕਾ ਕੈਨੇਡਾ ਸਰਹੱਦ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਸੀ। ਉਧਰ ਟੌਰੀ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਕੰਜ਼ਰਵੇਟਿਵ MP ਪੀਅਰ ਪੋਲੀਏਵਰ ਅਤੇ ਕਿਊਬਿਕ ਦੇ ਸਾਬਕਾ ਪ੍ਰੀਮੀਅਰ ਜੀਨ ਚਾਰੈਜ਼ੈਂਟ ਨੇ ਪਹਿਲੀ ਗੈਰ ਰਸਮੀ ਬਹਿਸ ਦੇ ਵਿੱਚ ਇੱਕ ਦੂਜੇ ਦੇ ਸਿਆਸੀ ਰਿਕਾਰਡ ਦੇ ਉੱਤੇ ਜੰਮ ਕੇ ਧਾਵਾ ਬੋਲਿਆ। ਪੋਲੀਏਵਰ ਕੈਨੇਡੀਅਨਸ ਨੂੰ ਵਧੇਰੇ ਆਜ਼ਾਦੀ ਦੇਣ ਦੇ ਵਾਅਦੇ ਦੇ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਨੇ। ਦੇਸ਼ ਭਰ ਦੇ ਵਿੱਚ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਰੈਲੀਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੁਟ ਰਹੇ ਨੇ। ਕੰਜ਼ਰਵੇਟਿਵ ਸਮਰਥਕਾਂ ਦੇ ਨਾਲ ਭਰੇ ਕਮਰੇ ਦੇ ਵਿੱਚ 6 ਉਮੀਦਵਾਰਾਂ ਦੇ ਵਿੱਚੋਂ ਹਾਜ਼ਰ ਹੋਏ 5 ਉਮੀਦਵਾਰਾਂ ਦੇ ਦਰਮਿਆਨ ਚੱਲੀ ਬਹਿਸ ਦੇ ਵਿੱਚ ਪੋਲੀਏਵਰ ਨੇ ਚਾਰੈਜ਼ੈਂਟ ਦੇ ਉੱਤੇ ਨਿਸ਼ਾਨਾ ਸਾਧੀ ਰੱਖਿਆ। ਇੱਕ ਵਾਰੀ ਕਿਊਬਿਕ ਦੀ ਲਿਬਰਲ ਪਾਰਟੀ ਦੀ ਅਗਵਾਈ ਕਰਨ ਵਾਲੇ ਚਾਰਸੈਟ ਨੂੰ ਓਟਵਾ ਏਰੀਆ ਦੇ ਨਾਲ ਸੰਬੰਧਿਤ MP ਪੋਲੀਏਵਰ ਦੇ ਵਾਰੀ-ਵਾਰੀ ਲਿਬਰਲ ਆਖਿਆ। ਚਾਰਸੈਟ ਨੇ ਆਪਣੇ ਰਿਕਾਰਡ ਨੂੰ ਸਾਫ਼ ਸੁਥਰਾ ਦੱਸਦਿਆਂ ਆਖਿਆ ਹੈ ਕਿ ਕਿਊਬਿਕ ਦੇ ਵਿੱਚ ਉਹੀ ਸਨ ਜਿਨ੍ਹਾਂ ਨੇ ਇਨਕਮ ਟੈਕਸ ਦੇ ਵਿੱਚ ਕਟੌਤੀ ਕੀਤੀ ਤੇ ਕ੍ਰੈਡਿਟ ਰੇਟਿੰਗ ਏਜੰਸੀ ਨੇ ਅਸਲ ਦੇ ਵਿੱਚ ਇੱਕ ਆਖਿਆ ਸੀ ਕਿ ਵੱਡੇ ਮੰਦਵਾੜੇ ਦੇ ਵਿੱਚੋਂ ਨਿਕਲਣ ਦੇ ਲਈ ਕਿਊਬਿਕ ਵਾਸੀਆਂ ਦੀ ਹੋਰਨਾਂ ਪ੍ਰੋਵਿੰਸਾਂ ਦੇ ਮੁਕਾਬਲੇ ਅਸੀਂ ਬਿਹਤਰ ਮਦਦ ਕੀਤੀ। ਇਸ ਉੱਤੇ ਪੋਲੀਏਵਰ ਨੇ ਆਖਿਆ ਕਿ ਚਾਰਸੈਟ ਦੇ ਕਈ ਹੋਰ ਟੈਕਸਾਂ ਦੇ ਵਿੱਚ ਵਾਧਾ ਕੀਤਾ ਜਿਨ੍ਹਾਂ ਦੇ ਵਿੱਚ ਗੈਰ ਟੈਕਸ ਅਤੇ ਸੇਲਜ਼ ਟੈਕਸ ਮੁੱਖ ਨੇ। ਉਹਨਾਂ ਨੇ ਵੀ ਆਖਿਆ
ਕਿ ਪ੍ਰੀਮੀਅਰ ਰਹਿੰਦਿਆਂ ਚਾਰਸੈਟ ਨੇ ਕਿਊਬਿਕ ਨੂੰ ਕਰਜ਼ਈ ਕਰ ਦਿੱਤਾ। ਇੱਕ ਵਾਰੀ ਤਾਂ ਪੋਲੀਏਵਰ ਨੇ ਚਾਰਸੈਟ ਨੂੰ ਅਤੀਤ ਦੇ ਵਿੱਚ ਚੀਨ ਦੀ ਟੈਲੀਕਾਮ ਕੰਪਨੀ ਹੁਆਵੇ ਦੇ ਨਾਲ ਕਿਤੇ ਕੰਮ ਦੇ ਲਈ ਵੀ ਵਾਰੀ-ਵਾਰੀ ਸਵਾਲ ਕੀਤੇ। ਉਹਨਾਂ ਨੇ ਆਖਿਆ ਕਿ ਇਸ ਕੰਪਨੀ ਦੇ ਨਾਲ ਕੰਮ ਕਰਦਿਆਂ ਹੋਇਆਂ ਚਾਰਸੈਟ ਨੂੰ ਕਿੰਨੇ ਪੈਸੇ ਮਿਲੇ ਇਸ ਬਾਰੇ ਉਹਨਾਂ ਨੇ ਸਾਨੂੰ ਕਦੇ ਵੀ ਨਹੀਂ ਦੱਸਿਆ। ਪੋਲੀਏਵਰ ਨੇ ਦੱਸਿਆ ਹੈ ਕਿ ਇਹ ਉਹੀ ਕੰਪਨੀ ਹੈ ਜਿਸ ਦੇ ਸੌਫਟਵੇਅਰ ਅਤੇ ਹਾਰਡਵੇਅਰ ਉੱਤੇ 5 ਆਈਸ ਦੇਸ਼ਾਂ ਦੇ ਵਿੱਚ 4 ਨੇ ਪਾਬੰਦੀ ਲਗਾਈ ਹੋਈ ਸੀ। ਉਹਨਾਂ ਨੇ ਇਹ ਵੀ ਆਖਿਆ ਕਈ ਮਾਮਲਿਆਂ ਦੇ ਵਿੱਚ ਇਹ ਦੋਸ਼ ਹਨ ਕਿ ਆਪਣੇ ਨੈਟਵਰਕ ਦੇ ਰਾਹੀਂ ਇੱਕ ਕੰਪਨੀ ਹੋਰਨਾਂ ਦੇਸ਼ਾਂ ਦੇ ਵਿੱਚ ਜਾਸੂਸੀ ਕਰਦੀ ਹੈ। ਇਸ ਬਹਿਸ ਦਾ ਆਯੋਜਨ ਕੈਨੇਡਾ ਸਟਰੋਂਗ ਐਂਡ ਫਰੀ ਨੈਟਵਰਕ ਪੋਲੀਟੀਕਲ ਐਡਵੋਕੇਸੀ ਗਰੁੱਪ ਦੇ ਵੱਲੋਂ ਕੀਤਾ ਗਿਆ। ਇਸ ਦੌਰਾਨ ਟਰੱਕਰਸ ਤੇ ਕਨਵੋਏ ਮੁਜ਼ਾਹਰਿਆਂ ਦੇ ਕੋਵਿਡ-19 ਵੈਕਸੀਨ ਦੇ ਮਾਸਕ ਸੰਬੰਧੀ ਨਿਯਮਾਂ ਦੇ ਉੱਤੇ ਵੀ ਬਹਿਸ ਕੀਤੀ ਗਈ ਹੈ। ਉਧਰ ਇੱਕ ਸਰਵੇਖਣ ਦੇ ਅਨੁਸਾਰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਅੱਗੇ ਚੱਲ ਰਹੀ ਹੈ। ਫੋਮ ਰਿਸਰਚ ਪੋਲ ਦੇ ਵੱਲੋਂ ਕਰਵਾਏ ਗਏ ਸਰਵੇਖਣ ਦੇ ਵਿੱਚ ਪਾਇਆ ਗਿਆ ਹੈ ਕਿ ਇਸ ਸਮੇਂ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਨੂੰ 38% ਸਮਰਥਨ ਹਾਸਲ ਹੈ, ਲਿਬਰਲ ਨੂੰ 31% ਤੇ ਐਨਡੀਪੀ ਨੂੰ 25% ਸਮਰਥਨ ਹਾਸਲ ਹੈ, ਜਦਕਿ ਗ੍ਰੀਨ ਪਾਰਟੀ 3% ਸਮਰਥਨ ਹਾਸਲ ਕਰਕੇ ਸਭ ਤੋਂ ਪਿੱਛੇ ਚੱਲ ਰਹੀ ਹੈ। ਪੀਸੀ ਪਾਰਟੀ ਨੂੰ ਵਧੇਰੇ ਸਮਰਥਨ 41% ਅੰਦਰੂਨੀ ਸਬਅਰਬਸ ਜਿਵੇਂ ਕਿ ਨਾਰਥ ਯੋਰਕ, ਇਟੋਬੀਕੋ, ਯਾਰਕ ਤੇ ਸਕਾਰਬਰੋ ਦੇ ਵਿੱਚ ਮਿਲ ਰਿਹਾ। ਲਿਬਰਲਾਂ ਨੂੰ ਵੀ 30%, ਐਨਡੀਪੀ ਨੂੰ ਵੀ 22% ਤੇ ਗ੍ਰੀਨਸ ਨੂੰ 4% ਸਮਰਥਨ ਮਿਲ ਰਿਹਾ ਹੈ। ਡਾਊਨਟਾਊਨ ਟੋਰਾਂਟੋ ਦੇ ਵਿੱਚ ਮੁੱਖ ਮੁਕਾਬਲਾ ਲਿਬਰਲ ਅਤੇ ਐਨਡੀਪੀ ਦੇ ਦਰਮਿਆਨ ਨਜ਼ਰ ਆ ਰਿਹਾ, ਜਿੱਥੇ ਦੋਵਾਂ ਪਾਰਟੀਆਂ ਨੂੰ 37% ਦੀ ਸਮਰਥਨ ਹਾਸਲ ਹੋ ਰਿਹਾ, ਉੱਥੇ ਹੀ ਪੀਸੀ ਪਾਰਟੀ ਨੂੰ 22% ਤੇ ਗ੍ਰੀਨਸ ਨੂੰ 3% ਸਮਰਥਨ ਮਿਲ ਰਿਹਾ। ਈਸਟ ਯਾਰਕ ਦੇ ਵਿੱਚ ਹੋਰਨਾਂ ਪਾਰਟੀਆਂ ਦੇ ਮੁਕਾਬਲੇ ਐਨਡੀਪੀ ਨੂੰ 52% ਸਮਰਥਨ ਹਾਸਲ ਹੋ ਰਿਹਾ ਹੈ। ਉਧਰ ਟੋਰਾਂਟੋ ਪੁਲਿਸ ਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਰੋਜ਼ਡੇਲ ਦੇ ਕੂੜੇਦਾਨ ਦੇ ਵਿੱਚੋਂ ਇਸ ਹਫਤੇ ਜਿਹੜੀ ਲਾਸ਼ ਮਿਲੀ ਸੀ ਉਹ ਨਿੱਕੀ ਬੱਚੀ ਦੀ ਸੀ। ਪੁਲਿਸ ਨੇ ਦੱਸਿਆ ਕਿ ਬੱਚੀ ਦੀ ਉਮਰ 4 ਤੋਂ 7 ਸਾਲ ਦੇ ਦਰਮਿਆਨ ਹੋਵੇਗੀ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਬੱਚੀ ਦੀ ਲਾਸ਼ ਹੁਣ ਮਿਲੀ ਹੈ, ਪਰ ਉਸ ਦੀ ਮੌਤ ਲਗਭਗ 1 ਸਾਲ ਪਹਿਲਾਂ ਹੋਈ ਸੀ। ਟੋਰਾਂਟੋ ਪੁਲਿਸ ਇੰਸਪੈਕਟਰ ਹੈਕ ਇੰਡੀ ਸਿੰਘਾ ਨੇ ਵੀਰਵਾਰ ਨੂੰ ਦੱਸੀ ਹੋਈ ਅਪਡੇਟ ਦੇ ਵਿੱਚ ਆਖਿਆ ਕਿ ਜਾਂਚਕਾਰਾਂ ਦਾ ਮੰਨਣਾ ਹੈ ਕਿ ਬੱਚੀ ਕੁਦਰਤੀ ਮੌਤ ਨਹੀਂ ਮਰੀ। ਉਹਨਾਂ ਨੇ ਇਹ ਵੀ ਆਖਿਆ ਕਿ ਇਸ ਸਮੇਂ ਜਾਂਚ ਦੇ ਵਿੱਚ ਹੋਮਿਸਾਈਡ ਇਨਵੈਸਟੀਗੇਟਿਵ ਰਿਸਪੌਂਸ ਟੀਮ ਦੇ ਨਾਲ ਮਿਸਿੰਗ ਪਰਸਨਸ ਯੂਨਿਟ ਵਿੱਚ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਕੌਂਸਲ ਫਰੈਂਕ ਰੋਡ ਨੇੜੇ ਡੇਲ ਐਵੀਨਿਊ ਦੇ ਉੱਤੇ ਸਥਿਤ ਉਸਾਰੀ ਅਧੀਨ ਘਰ ਦੇ ਕੂੜੇਦਾਨ 'ਚੋਂ ਬੱਚੀ ਦੀ ਲਾਸ਼ ਮਿਲੀ ਸੀ। ਇੱਕ ਵਰਕਰ ਨੇ ਸਭ ਤੋਂ ਪਹਿਲਾਂ ਇਸ ਲਾਸ਼ ਨੂੰ ਵੇਖ ਕੇ ਸ਼ਾਮੀ 4:45 ਦੇ ਉੱਤੇ ਪੁਲਿਸ ਨੂੰ ਇਸ ਬਾਰੇ ਇਤਲਾਹ ਕੀਤੀ। ਜਾਂਚਕਾਰਾਂ ਦੇ ਅਨੁਸਾਰ ਬੱਚੀ ਦੀ ਲਾਸ਼ ਨੂੰ 28 ਅਪ੍ਰੈਲ ਨੂੰ ਰਾਤ 12 ਵਜੇ ਦੇ ਦਰਮਿਆਨ ਕਿਤੇ ਇਸ ਕੂੜੇਦਾਨ ਦੇ ਵਿੱਚ ਸੁੱਟਿਆ ਗਿਆ ਹੋਵੇਗਾ। ਜਾਂਚਕਾਰਾਂ ਦਾ ਇਹ ਵੀ ਮੰਨਣਾ ਹੈ ਕਿ ਬੱਚੀ ਦੀ ਮੌਤ ਪਿਛਲੀਆਂ ਗਰਮੀਆਂ ਜਾਂ ਫਿਰ ਉਸ ਤੋਂ ਵੀ ਪਹਿਲਾਂ ਕਦੇ ਹੋਈ ਹੋਵੇਗੀ। ਬੱਚੀ ਬਲੈਕ ਅਫਰੀਕੀ ਜਾਂ ਫਿਰ ਮਿਕਸਡ ਅਫਰੀਕੀ ਮੂਲ ਦੀ ਹੈ। ਉਸ ਦਾ ਕੱਦ 3 ਫੁੱਟ 6 ਇੰਚ ਹੈ ਅਤੇ ਉਹ ਪਤਲੀ ਹੈ। ਉਸ ਦੇ ਕਾਲੇ ਘੁੰਗਰਾਲੇ ਵਾਲਾਂ ਦੀਆਂ 4 ਪੋਨੀਟੇਲ ਬਣੀਆਂ ਹੋਈਆਂ ਨੇ ਅਤੇ ਜਿਨ੍ਹਾਂ ਦੇ ਵਿੱਚੋਂ 2 ਨੂੰ ਕਾਲੇ ਅਤੇ ਨੀਲੇ ਬੈਂਡਸ ਨਾਲ ਗੁੰਦਿਆ ਵੀ ਗਿਆ। ਪੁਲਿਸ ਨੇ ਦੱਸਿਆ ਹੈ ਕਿ ਉਸ ਦੇ ਸਾਰੇ ਦੰਦ ਪੂਰੇ ਨੇ ਤੇ ਉਸ ਨੂੰ ਕਰੋਸ਼ੀਏ ਦੇ ਨਾਲ ਬੁਣੇ ਕੰਬਲ ਦੇ ਵਿੱਚ ਲਪੇਟ ਕੇ ਇੱਕ ਪਲਾਸਟਿਕ ਦੇ ਬੈਗ ਦੇ ਵਿੱਚ ਪਾਇਆ ਗਿਆ ਸੀ। ਫਿਰ ਉਸ ਬੈਗ ਨੂੰ ਰੰਗਦਾਰ ਕੰਬਲ ਦੇ ਵਿੱਚ ਲਪੇਟਿਆ ਹੋਇਆ ਸੀ। ਜਾਂਚਕਾਰਾਂ ਨੇ ਬੁੱਧਵਾਰ ਨੂੰ ਪੋਸਟਮਾਰਟਮ ਪੂਰਾ ਕਰ ਲਿਆ, ਪਰ ਅਜੇ ਵੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਮਿਸਾਈਡ ਯੂਨਿਟ ਦੇ ਸ਼ਾਮਲ ਹੋਣ ਦੇ ਬਾਵਜੂਦ ਪੁਲਿਸ ਦੇ ਵੱਲੋਂ ਅਜੇ ਵੀ ਇਸ ਮੌਤ ਨੂੰ ਕਤਲ ਦਾ ਨਾਮ ਨਹੀਂ ਦਿੱਤਾ ਗਿਆ। ਇੰਡੀ ਸਿੰਘਾ ਨੇ ਆਖਿਆ ਕਿ ਸਾਡੀ ਮੁੱਖ ਤਰਜੀਹ ਲੜਕੀ ਦੀ ਸ਼ਨਾਖਤ ਕਰਨਾ ਹੈ। ਉਧਰ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਨਾਗਰਿਕਤਾ ਸੋਧ ਕਾਨੂੰਨ ਲੈ ਕੇ ਪੱਛਮੀ ਬੰਗਾਲ ਸਰਕਾਰ ਨੂੰ ਨਿਸ਼ਾਨੇ ਤੇ ਲਿਆ। ਉਹਨਾਂ ਨੇ ਕਿਹਾ ਕਿ ਟੀਐਮਸੀ ਅਫਵਾਹ ਫੈਲਾਉਂਦੀ ਸੀ ਕਿ ਸੀਏਏ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋਵੇਗਾ। ਕੋਰੋਨਾ ਦੀ ਲਹਿਰ ਖਤਮ ਹੋਣ ਤੋਂ ਬਾਅਦ ਸੀਏਏ ਨੂੰ ਲਾਗੂ ਕੀਤਾ ਜਾਵੇਗਾ। ਟੀਐਮਸੀ ਵਾਲੇ ਸੁਣ ਲੈਣ ਕਿ ਸੀਏਏ ਅਸਲੀਅਤ ਹੈ, ਸੀ ਅਤੇ ਰਹੇਗਾ। ਬੰਗਾਲ ਤੱਕ ਘੁਸਪੈਠ ਅਸੀਂ ਖਤਮ ਕਰਾਂਗੇ। ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਅਤਿਆਚਾਰੀ ਸ਼ਾਸਨ ਨੂੰ ਉਖਾੜ ਕੇ ਲੋਕਤੰਤਰ ਨੂੰ ਬਹਾਲ ਕਰਨ ਤੱਕ ਭਾਜਪਾ ਚੈਨ ਦੇ ਨਾਲ ਨਹੀਂ ਬੈਠੇਗੀ। ਉੱਤਰੀ ਬੰਗਾਲ ਦੇ ਸਿਲੀਗੁੜੀ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਏ ਉਹਨਾਂ ਨੇ ਆਖਿਆ ਕਿ ਭਾਜਪਾ ਕੱਟ ਮਨੀ ਭ੍ਰਿਸ਼ਟਾਚਾਰ ਅਤੇ ਸਿਆਸੀ ਹਿੰਸਾ ਦੇ ਖਿਲਾਫ ਲੜਾਈ ਜਾਰੀ ਰੱਖੇਗੀ। ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਤੀਜੀ ਵਾਰ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਮਮਤਾ ਬੈਨਰਜੀ ਖੁਦ ਨੂੰ ਸੁਧਾਰ ਲਵੇਗੀ। ਅਸੀਂ ਉਹਨਾਂ ਦੇ ਖੁਦ ਨੂੰ ਸੁਧਰਨ ਦੇ ਲਈ ਪੂਰੇ 1 ਸਾਲ ਤੱਕ ਇੰਤਜ਼ਾਰ ਕੀਤਾ, ਪਰ ਉਹ ਨਹੀਂ ਬਦਲੀ। ਸੂਬੇ ਦੇ ਵਿੱਚ ਸ਼ਾਸਕ ਦਾ ਕਾਨੂੰਨ ਲਾਗੂ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਸਰਕਾਰਾਂ ਦੇ ਵਾਲੇ ਸੂਬਿਆਂ ਦੇ ਵਿੱਚ ਫਿਰਕੂ ਹਿੰਸਾ ਤੇ ਔਰਤਾਂ ਤੇ ਹਮਲਿਆਂ ਨੂੰ ਲੈ ਕੇ ਅੱਖਾਂ ਬੰਦ ਕਰਕੇ ਬੰਗਾਲ ਦੇ ਹਾਲਾਤ ਬਾਰੇ ਝੂਠ ਫੈਲਾ ਰਹੇ ਨੇ। ਉਹਨਾਂ ਨੇ ਕਿਹਾ ਕਿ ਸ਼ਾਹ ਅੱਗ ਨਾਲ ਨਾ ਖੇਡਣ ਦਾ ਨਾ ਹੀ ਚੰਗਾ ਹੈ। ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਵੱਖ-ਵੱਖ ਘਟਨਾਵਾਂ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਟੀਮਾਂ ਨੂੰ ਪੱਛਮੀ ਬੰਗਾਲ ਭੇਜ ਰਿਹਾ, ਪਰ ਦਿੱਲੀ ਦੇ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਨਹੀਂ, ਜਿੱਥੇ ਔਰਤ ਅਤੇ ਕਥਿਤ ਤੌਰ ਤੇ ਹਮਲੇ ਕੀਤੇ ਜਾ ਰਹੇ ਨੇ। हैदराबाद ਵਿੱਚ 25 ਸਾਲਾ ਇੱਕ ਹਿੰਦੂ ਨੌਜਵਾਨ ਨੂੰ ਉਸਦੇ ਮੁਸਲਿਮ ਰਿਸ਼ਤੇਦਾਰਾਂ ਅਤੇ ਇੱਕ ਹੋਰ ਵਿਅਕਤੀ ਨੇ ਬੇਰਹਿਮੀ ਦੇ ਨਾਲ ਮਾਰ ਦਿੱਤਾ। ਝੂਠੀ ਸ਼ਾਨ ਦੀ ਕਤਲ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਿਆ। ਪੁਲਿਸ ਨੇ ਵੀ ਦੱਸਿਆ ਕਿ ਘਟਨਾ ਬੁੱਧਵਾਰ ਰਾਤ ਸਰੂਰ ਨਗਰ ਦੇ ਵਿੱਚ ਹੋਈ, ਜਦੋਂ ਪੀੜਿਤ ਬੀ ਨਾਗਰਾਜੂ ਆਪਣੀ ਪਤਨੀ ਦੇ ਨਾਲ ਮੋਟਰਸਾਈਕਲ ਤੇ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਸਕੂਟਰ ਤੇ ਆਏ ਹਮਲਾਵਰ ਸੈयद ਮੋਬਿਨ ਅਹਿਮਦ ਅਤੇ ਮੁਹੰਮਦ ਮਸੂਦ ਅਹਿਮਦ ਨੇ ਜੋੜੇ ਨੂੰ ਸੜਕ ਤੇ ਰੋਕਿਆ ਤੇ ਨਾਗਰਾਜੂ ਤੋਂ ਪਹਿਲਾਂ ਲੋਹੇ ਦੀ ਛੜ ਦੇ ਨਾਲ ਉਸ ਤੋਂ ਬਾਅਦ ਚਾਕੂ ਦੇ ਨਾਲ ਵਾਰ ਕੀਤਾ, ਜਿਸ ਦੇ ਨਾਲ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ। ਪੁਲਿਸ ਨੇ
ਦੱਸਿਆ ਕਿ ਦੋਵੇਂ ਵਿਅਕਤੀਆਂ ਨੂੰ गिरफ्तार कर लिया गया है। पुलिस ने कहा है कि सैयद मोबिन अहमद अपनी भैन नाग राजू दे नाल संबंधां दे खिलाफ से ते उसने उसनूं इस दे खिलाफ चेतावनी भी दी सी। पुलिस ने कहा कि जोड़े नूं रोकण तो बाद दोहां ने नाग राजू नूं जमीन ते सुट दिता ते उस ते लोहे दी छड़ दे नाल कई वार कीते, फिर उसनूं चाकू मार के दिता। पुलिस ने भी दस्सिया कि दोहां नूं इसदी पुष्टि कीती ते ओह मर चुक्या है, फिर उत्थों दौड़ गए। पुलिस ने दस्सिया कि दोहां दोषियां नूं वीरवार नूं गिरफ्तार किया। पुलिस डिप्टी कमिश्नर सुनप्रीत सिंह ने कहा है कि IPC दीआं संबंधित धारावां दे अधीन कतल ते अनुसूचित जाति ते अनुसूचित जनजाति यानी कि अत्याचार रोकथाम सोध एक्ट 2015 के अधीन यह मामला दर्ज कर लिया गया है। DCP ने कहा है कि मामले की सुनवाई फास्ट ट्रायल कोर्ट दे विच कीती जाएगी। नागराजू की पत्नी ने मीडिया नूं दस्सिया कि उसनूं पिछले 11 सालों तो जानदी सी ते दावा किया कि उसने 5 लोकां ते हमले भी कीते ने। हिंदू मुस्लिम जोड़ा स्कूल ते कॉलेज दे विच सहपाठी से ते दोवें 5 सालों तो वध समय तो प्रेम संबंध दे विच सन, जबकि उन्हां दा परिवार इस रिश्ते के खिलाफ सी। दोहां ने इस साल जनवरी दे विच कुड़ी दे परिवार दे मैंबरां दी इच्छा के खिलाफ विआह करवा लिया सी। पुलिस ने दस्सिया कि मोबिन अहमद ने पहलां भी अपनी भैन नूं चेतावनी दित्ती सी ते बाद विच ओह नागराजू दे नाल विआह करन दे लई घर छड्ड के चली गई। पुलिस ने कहा कि नागराजू नूं खत्म करने की योजना बना रहा सी ते उसने अपने रिश्तेदारों के नाल मिल के बुधवार नूं इस घटना नूं अंजाम दिता। उधर इजराइल के प्रधानमंत्री नफ्ताली बेनेट ने वीरवार नूं अपने भारतीय हमरुतबा नरेंद्र मोदी नूं इजराइल के सुतंत्रता दिवस ते वधाई देण दे लई धन्नवाद कीता ते उन्होंने कहा कि यहूदी राष्ट्र नवीं दिल्ली दे विच अपनी दोस्ती की सराहना करदा है अते दोवें देश इकट्ठे मिल के इस दुनिया दे विच बहुत कुछ चंगा कर सकदे ने। प्रधानमंत्री मोदी ने वीरवार नूं इजराइल के निवासियों नूं उन्हां दे सुतंत्रता दिवस ते वधाई दित्ती अते उम्मीद जाहिर कीती है कि दोवें देश आउण वाले सालां दे विच संबंधां नूं होर भी मजबूत करनगे। उन्होंने इजराइल के सुतंत्रता दिवस की 74वीं वर्षगांठ ते अपने ट्विटर हैंडल ते सांझी की गई एक वीडियो संदेश दे विच टिप्पणी की। मोदी दी ਵਧਾਈ ਦੇ ਸੰਦੇਸ਼ ਦਾ ਜਵਾਬ ਦਿੰਦੇ ਹੋਏ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨਟ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਹਾਡੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ। ਇਜ਼ਰਾਈਲ ਭਾਰਤ ਦੇ ਨਾਲ ਆਪਣੀ ਦੋਸਤੀ ਨੂੰ ਬਹੁਤ ਮਹੱਤਵ ਦਿੰਦਾ ਹੈ ਤੇ ਨਾਲੇ ਸਾਡੇ ਕੋਲ ਇਸ ਦੁਨੀਆ ਵਿੱਚ ਬਹੁਤ ਕੁਝ ਚੰਗਾ ਕਰਨ ਦੀ ਸ਼ਕਤੀ ਹੈ। उधर बीते दिन हुई बरसात और गड़ेमारी ने जिथे मौसम की गर्मी में ठंडा कर दिता उत्ते ही इस बरसात सरकारी थर्मल प्लांट से भी भारी पै गई है। बीते दिन रूपनगर थर्मल प्लांट का 5 नंबर यूनिट तकनीकी खराबी के कारण जिथे बंद करना पिया सी उत्थे ही बीती दिन होर बरसात तो बाद जो बिजली की डिमांड घट गई तो रूपनगर थर्मल प्लांट को 4 नंबर यूनिट को भी बंद करना पिया। इस संबंधी चीफ इंजीनियर रवि वधवा ने पुष्टि करदे कहा कि 4 नंबर यूनिट के बंद करने तो बाद हुण थर्मल प्लांट के यूनिट नंबर 2 और 6 के वल्लों ही बिजली पैदा की जा रही है। उन्होंने दस्सिया कि 5 नंबर यूनिट की मुरम्मत भी जोरां ते चल रही है। इस दे लई डिमांड आउण ते 4 नंबर ते 5 नंबर यूनिट नूं मुड़ चला दिता जाएगा, जबकि थर्मल प्लांट के कुछ 6 दे विचों 2 यूनिटां नूं तोड़न दा काम पहलां ही चल रहा सी। उधर सरकार घरेलू बाजार दे विच खाण वाले तेलों दी कीमतां नूं कंट्रोल करन दे लई कुछ तेलों ते टैक्स घट करन दी योजना बना रही है, जिस दे तहत ब्लूमबर्ग दी एक रिपोर्ट के मुताबक भारत सरकार इस नूं लैके छेती ही कोई कदम उठा सकती है, क्योंकि यूक्रेन संकट ते इंडोनेशिया दे वल्लों पाम ऑयल की बरामद ते बैन लगाउण तो बाद कीमतां दे विच वाधा होया सी। सूत्रां दे मुताबक भारत दुनिया दा वनस्पति तेलों दे विच सब तो वड्डा दरामदकार कहा जांदा है और पाम तेल की बरामद ते एग्रीकल्चर इंफ्रास्ट्रक्चर एंड डिवेलपमेंट सैस नूं घटा के 5% तो घट कीते जाण ते विचार किया जा रहा है। हालांकि टैक्स नूं किन्ना घट किया जाएगा ਇਹ ਹਾਲੇ ਵਿਚਾਰ ਅਧੀਨ ਹੈ। ਤੁਹਾਡੀ ਜਾਣਕਾਰੀ ਤੁਹਾਨੂੰ ਦੱਸ ਦਈਏ ਕਿ ਸੈਸ ਬੇਸਿਕ ਟੈਕਸ ਰੇਟਸ ਤੇ ਲਗਾਇਆ ਜਾਂਦਾ ਹੈ ਤੇ ਇਸ ਦੀ ਵਰਤੋਂ ਖੇਤੀਬਾੜੀ ਬੁਨਿਆਦੀ ਢਾਂਚੇ ਤੇ ਯੋਜਨਾਵਾਂ ਦੀ ਫੰਡਿੰਗ ਦੇ ਲਈ ਕੀਤੀ ਜਾਂਦੀ ਹੈ। ਕੱਚੇ ਪਾਮ ਤੇਲ ਤੇ ਬੇਸ ਇੰਪੋਰਟ ਡਿਊਟੀ ਸਰਕਾਰ ਦੇ ਵੱਲੋਂ ਪਹਿਲਾਂ ਹੀ ਖਤਮ ਕਰ ਦਿੱਤੀ ਗਈ ਹੈ। ਰਿਪੋਰਟ ਦੇ ਮੁਤਾਬਕ ਇਸ ਤੇ ਵਿੱਤ ਮੰਤਰਾਲੇ ਦੇ ਬੁਲਾਰੇ ਨੇ ਕੋਈ ਟਿੱਪਣੀ ਨਹੀਂ ਕੀਤੀ। ਖੇਤੀਬਾੜੀ ਤੇ ਖੁਰਾਕ ਮੰਤਰਾਲੇ ਵੀ ਟਿੱਪਣੀ ਦੇ ਲਈ ਮੁਹੱਈਆ ਨਹੀਂ ਕਰ ਰਹੇ। ਸੂਤਰਾਂ ਨੇ ਵੀ ਦੱਸਿਆ ਕਿ ਸਰਕਾਰ ਹੁਣ ਕੈਨੋਲਾ ਆਇਲ, ਓਲਿਵ ਆਇਲ, ਰਾਈਸ ਬ੍ਰਾਊਨ ਆਇਲ ਅਤੇ ਪਾਮ ਕਰਨਲ ਆਇਲ ਤੇ ਇੰਪੋਰਟ ਡਿਊਟੀ 35% ਤੋਂ ਘਟਾ ਕੇ 5% ਕਰਨ ਦੇ ਵਿਚਾਰ ਕਰ ਰਹੀ ਹੈ। ਜੇ ਅਜਿਹਾ ਹੁੰਦਾ ਤਾਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਕਾਫੀ ਘੱਟ ਹੋ ਸਕਦੀਆਂ ਸਨ। ਵਨਸਪਤੀ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਭਾਰਤ ਤੇ ਵਿਸ਼ੇਸ਼ ਤੌਰ ਤੇ ਅਹਿਮ ਪ੍ਰਭਾਵ ਪਿਆ ਹੈ, ਕਿਉਂਕਿ ਅਸੀਂ ਆਪਣੀ ਲੋੜ ਤੇ 60% ਲਈ ਦਰਾਮਦ ਤੇ ਨਿਰਭਰ ਹਾਂ। ਖਾਣ ਵਾਲੇ ਤੇਲ ਦੀਆਂ ਕੀਮਤਾਂ ਪਿਛਲੇ 2 ਸਾਲਾਂ ਤੋਂ ਵੱਧ ਰਹੀਆਂ ਨੇ। ਯੂਕਰੇਨ ਤੇ ਰੂਸ ਦੇ ਹਮਲੇ ਤੇ ਇੰਡੋਨੇਸ਼ੀਆ ਦੇ ਘਰੇਲੂ ਬਾਜ਼ਾਰ ਦਾ ਰੱਖਿਆ ਦੇ ਲਈ ਚੁੱਕੇ ਗਏ ਕਦਮਾਂ ਦਾ ਪਾਮ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਆਈ ਹੈ। ਭਾਰਤ ਨੇ ਕੀਮਤਾਂ ਨੂੰ ਕੰਟਰੋਲ ਕਰਨ ਦੇ ਲਈ ਕਈ ਕਦਮ ਚੁੱਕੇ ਨੇ, ਜਿਸ ਦੇ ਵਿੱਚ ਪਾਮ, ਸੋਇਆਬੀਨ ਤੇਲ ਤੇ ਸੂਰਜਮੁਖੀ ਤੇਲ ਤੇ ਦਰਾਮਦ ਡਿਊਟੀ ਘਟਾਉਣ ਕਰਨਾ ਤੇ ਜਮਾਖੋਰੀ ਨੂੰ ਰੋਕਣ ਦੇ ਲਈ ਮਾਲ ਸੀਮਿਤ ਕਰਨਾ ਸ਼ਾਮਲ ਹੈ। ਹਾਲਾਂਕਿ ਇਹ ਕਦਮ ਉਹਨੇ ਸਫਲ ਨਹੀਂ ਹੋ ਸਕੇ, ਕਿਉਂਕਿ ਵਧੇਰੇ ਖਰੀਦਦਾਰੀ ਦੀਆਂ ਅਟਕਲਾਂ ਨੂੰ ਕੌਮਾਂਤਰੀ ਪੱਧਰ ਤੇ ਕੀਮਤਾਂ ਨੂੰ ਉਛਾਲ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।